ਇਹ ਕੁਛ ਇਹਨੂੰ ਅਸੀਂ ਸੇਵਾ ਨਹੀਂ ਕਹਿ ਸਕਦੇ, ਗੁਰੂਆਂ ਦੇ ਕਮਾਦ ਜਾ ਕੇ ਗੋਡੋ, ਨਾ 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 ਨਾ। ਸਿੱਖ ਨੇ ਸੇਵਾ ਜਿਹੜੀ ਹੈ ਨਾ ਕੇਵਲ ਧਰਮਸ਼ਾਲਾ ਵਿੱਚ ਹੀ ਕਰਨੀ ਹੈ, ਗੁਰਦੁਆਰੇ ਹੀ ਕਰਨੀ ਹੈ। ਤੇ ਭਾਈ ਗੁਰਦਾਸ ਨੇ ਇੱਕ ਕਵਿਤ ਲਿਖਿਆ ਵਾ, ਉਹ ਕਹਿੰਦੇ ਨੇ, ਪੰਜ ਬਾਰ ਗੰਗ ਜਾਏ। ਸੇਵਾ ਦਾ ਫਲ, ਜੇ ਸੇਵਾ ਅਸੀਂ ਗੁਰੂ ਦੀ ਕਰਾਂਗੇ, ਜੇ ਅਸੀਂ ਸੇਵਾ ਪਰਮਾਤਮਾ ਦੀ ਕਰਾਂਗੇ, ਜੇ ਅਸੀਂ ਗੁਰਸਿੱਖਾਂ ਦੀ ਸੇਵਾ ਕਰਾਂਗੇ ਤੇ ਕਿੱਡਾ ਵੱਡਾ ਮਹੱਤਵ ਮਿਲਦਾ ਸੇਵਾ ਦਾ। ਭਾਈ ਗੁਰਦਾਸ ਨੇ ਲਿਖਿਆ, ਇੱਕ ਕਵਿਤ ਲਿਖਿਆ, ਉਹ ਕਹਿੰਦੇ ਨੇ, ਪੰਜ ਬਾਰ ਗੰਗ ਜਾਏ। ਕੋਈ ਬੰਦਾ 5 ਵਾਰੀ ਗੰਗਾ ਦਾ ਇਸ਼ਨਾਨ ਕਰਕੇ ਆਵੇ। ਹੁਣ ਤੇ ਚਲੋ ਅੱਜ ਕੱਲ੍ਹ ਟ੍ਰੇਨਾਂ ਨੇ, ਪਲੇਨਾਂ ਨੇ, ਬੜਾ ਕੁਛ। ਉਦੋਂ ਤੁਰ ਕੇ ਜਾਣਾ ਪੈਂਦਾ ਸੀ ਤੇ 6-6 ਮਹੀਨੇ ਲੱਗ ਜਾਂਦੇ ਸੀ ਗੰਗਾ ਜਾਣ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, 5 ਬਾਰ ਗੰਗ ਜਾਏ, ਬਾਰ 5 ਪ੍ਰਾਗ ਨਹਾਏ। 5 ਵਾਰ ਗੰਗਾ 'ਚ ਜਾ ਕੇ ਇਸ਼ਨਾਨ ਕਰੇ ਤੇ 5 ਵਾਰ ਇਲਾਹਾਬਾਦ ਤ੍ਰਿਵੇਣੀ ਜਾ ਕੇ ਇਸ਼ਨਾਨ ਕਰੇ। ਤੈਸਾ ਫਲ ਇੱਕ ਸਿੱਖ ਕੋ ਨਹਾਏ ਕਾ। ਕਹਿ ਲੱਗੇ, ਤੂੰ ਗੰਗਾ ਤੇ ਨਾ ਧੱਕੇ ਖਾਂਦਾ ਫਿਰੀ, ਤੂੰ ਇਲਾਹਾਬਾਦ ਤ੍ਰਿਵੇਣੀ ਨਾ ਜਾਈ, ਤੈਨੂੰ ਸਿੱਖਾ ਕਿਤੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ ਹੈ। ਤੂੰ ਖੂਹ ਵਿੱਚੋਂ ਪਾਣੀ ਲਿਆਣ ਕੇ ਕਿਸੇ ਗੁਰਸਿੱਖ ਦਾ ਇਸ਼ਨਾਨ ਕਰਦੀ ਤੇ ਤੈਨੂੰ ਇਹ ਫਲ ਘਰ ਬੈਠੇ ਹੀ ਮਿਲ ਜੂਗਾ। ਸੇਵਾ ਦਾ ਮਤਲਬ ਤਾਂ ਇਹੀ ਹੁੰਦਾ ਨਾ ਵੀ ਸੇਵਾ ਕਰੀਏ ਤੇ ਫਲ ਮਿਲੇ, ਸੁੱਖ ਮਿਲੇ, ਆਨੰਦ ਮਿਲੇ, ਗੁਰੂ ਦੀ ਖੁਸ਼ੀ ਮਿਲੀਏ। ਤੇ ਜੇ ਸੇਵਾ ਤਰੀਕੇ ਨਾਲ ਨਾ ਕੀਤੀ ਜਾਵੇ, ਇਹ ਚੀਜ਼ਾਂ ਫਿਰ ਮਿਲਦੀਆਂ ਨਹੀਂ ਹੈ। 5 ਬਾਰ ਗੰਗ ਜਾਏ, ਬਾਰ ਪ੍ਰਾਗ 5 ਨਹਾਏ, 5 ਨਹਾਏ। ਤੈਸਾ ਪੁੰਨ ਇੱਕ ਸਿੱਖ ਕੋ ਨਹਾਏ ਕਾ। ਤੇ ਸਿੱਖ ਕੋ ਪਿਲਾਏ ਪਾਣੀ। ਇਹ ਸਾਡੇ ਧਾਰਮਿਕ ਬੰਦਿਆਂ ਨੇ ਸਾਡੇ ਧਰਮ ਨੂੰ ਵਿਗਾੜ ਕੇ ਰੱਖ ਦਿੱਤਾ। ਉਹਨਾਂ ਨੇ ਸਹੀ ਗੱਲ ਸਟੇਜਾਂ ਤੇ ਨਹੀਂ ਕਹੀ, ਕਿਉਂਕਿ ਜਦੋਂ ਅਸੀਂ ਸਹੀ ਗੱਲ, ਸੱਚੀ ਗੱਲ ਸਟੇਜਾਂ ਤੇ ਕਹਿੰਦੇ ਆ ਤੇ ਇਹ ਲੋਕ ਦੁਖੀ ਹੋ ਜਾਂਦੇ ਨੇ, ਸੁਣਨ ਵਾਲੇ। ਤੇ ਸਾਡੇ ਧਾਰਮਿਕ ਕਥਾਵਾਚਕ ਕੇਵਲ ਪੈਸਾ ਕਮਾਉਂਦੇ ਨੇ। ਕਰੋੜਾਂ ਰੁਪਈਆ ਪਿੰਦਰਪਾਲ ਨੇ ਕਮਾ ਲਿਆ, ਕਰੋੜਾਂ, ਲੱਖਾਂ ਨਹੀਂ, ਕਰੋੜਾਂ। ਤੇ ਜਿਹੜਾ ਕਰੋੜਾਂ ਰੁਪਈਆ ਕਮਾ ਰਿਹਾ, ਕੋਈ ਉਹ ਸੱਚੀ ਗੱਲ ਕੋਈ ਸਟੇਜ ਤੇ ਕਹੂਗਾ? ਕਦੀ ਵੀ ਨਹੀਂ। ਉਹਨੂੰ ਪਤਾ ਮੇਰੀ ਦੁਕਾਨ ਬੰਦ ਹੋ ਜਾਣੀ ਹੈ, ਉਹਨੂੰ ਪਤਾ ਮੇਰੀ ਸਟੇਜ ਜਾਂਦੀ ਰਹਿ ਜਾਣੀ ਆ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਖ ਕੋ ਪਿਲਾਏ ਪਾਣੀ। ਸਿੱਖ ਦਾ ਜਿਗਰ ਵਾ ਪਾਣੀ ਪਿਲਾਉਣ ਦਾ, ਸਿੱਖ ਨੂੰ ਨਹਾਉਣ ਦਾ ਵੀ ਜਿਗਰ ਵਾ। ਸਿੱਖ ਕੋ ਪਿਲਾਏ ਪਾਣੀ, ਪਾਓ ਕਰ ਕੁਰ ਖੇਤ। ਲੋਕੀ ਜਦੋਂ ਗ੍ਰਹਿਣ ਲੱਗਦਾ ਤੇ ਕੁਰਸ਼ੇਤਰ ਜਾ ਕੇ ਇਸ਼ਨਾਨ ਕਰਦੇ ਸਨ, ਗ੍ਰਹਿਣ ਟਲ ਜੇ। ਤੇ ਮਾਰ ਭਾਈ ਗੁਰਦਾਸ ਜੀ ਕਹਿੰਦੇ, ਤੂੰ ਕਿਸੇ ਗੁਰਸਿੱਖ ਨੂੰ ਇੱਕ ਗਲਾਸ ਪਾਣੀ ਦਾ ਪਿਆ ਦੇ। ਸੇਵਾ ਕਰਦੇ ਕਿਸੇ ਗੁਰਸਿੱਖ ਦੀ, ਇੱਕ ਗਲਾਸ ਪਾਣੀ ਨਾਲ ਤੇਰੇ ਸਾਰੇ ਗ੍ਰਹਿ ਟਲ ਜਾਣਗੇ। ਸਿੱਖ ਕੋ ਪਿਲਾਏ ਪਾਣੀ, ਪਾਓ ਕਰ ਕੁਰ ਖੇਤ। ਅਸਮੇਤ ਜਗ ਫਲ ਸਿੱਖ ਕੋ ਜਿਵਾਏ ਕਾ। ਪੁਰਾਣੇ ਸਮੇਂ ਦੀ ਇੱਕ ਮਰਜ਼ਾਦਾ ਹੁੰਦੀ ਸੀ ਕਿ ਰਾਜੇ ਲੋਕ ਆਪਣੇ ਮਹਿਲਾਂ 'ਚ ਦਾਨ ਕਰਦੇ ਹੁੰਦੇ ਸਨ। ਉਹਨੂੰ ਕਹਿੰਦੇ ਜੱਗ ਲਾਉਣਾ। ਜਿਹੜਾ ਅਸੀਂ ਲੰਗਰ ਕਹਿੰਦੇ ਨੇ, ਲੰਗਰ ਲਾਉਣਾ ਸੜਕਾਂ ਤੇ, ਇਹ ਲੰਗਰ ਸ਼ਬਦ ਨਹੀਂ ਸੀ। ਇਹਦੇ ਵਾਸਤੇ ਜਿਹੜੇ ਸਾਡੇ ਧਰਮ ਗ੍ਰੰਥ ਨੇ, ਜਿਹੜਾ ਸਾਡੀ ਪੁਰਾਤਨ ਮਰਜ਼ਾਦਾ, ਉਹਦੇ 'ਚ ਇਹਨੂੰ ਕਿਹਾ ਜਾਂਦਾ ਸੀ ਜੱਗ ਲਾਉਣਾ, ਜੱਗ ਕਰਨਾ। ਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਯਾਦ ਆ ਗਿਆ, ਜਿਹਦਾ 400 ਸਾਲਾ ਅਸੀਂ ਦਿਹਾੜਾ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋਗੀ ਲੋਕ ਗੁਫਾ 'ਚ ਬੈਠੇ ਯੋਗਾ ਅਭਿਆਸ ਕਰਦੇ ਨੇ ਤੇ ਰਾਜੇ ਆਪਣੇ ਮਹਿਲਾਂ 'ਚ ਬੈਠ ਕੇ ਲੰਗਰ ਲਾਉਂਦੇ ਨੇ, ਜੱਗ ਕਰਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਤੁਸਾਂ ਦੋਵਾਂ ਨੇ ਰੱਬ ਨੂੰ ਵਿਸਾਰ ਦਿੱਤਾ ਤੇ ਇਹਦਾ ਫਲ ਕੀ ਹੋਣਾ? ਜੋਗ ਜਗ ਨੇ ਫਲ ਤੇ ਮਾਨੋ। ਮਰ ਕਹਿੰਦੇ ਜਿੰਨੇ ਮਰਜ਼ੀ ਲੰਗਰ ਲਾ ਲਾ, ਜਿੰਨੇ ਮਰਜ਼ੀ ਜਗ ਕਰ ਲਾ, ਜਿੰਨੇ ਮਰਜ਼ੀ ਯੋਗਾ ਅਭਿਆਸ ਕਰ ਲਾ, ਜੋਗ ਜਗ ਨੇ ਫਲ ਤੇ ਜਾਨੋ, ਜੋ ਪ੍ਰਭ ਜਸ ਬਿਸਰਾਵੈ। ਰੱਬ ਨੂੰ ਵਿਸਾਰ ਕੇ
ਗੁਰੂ ਨੂੰ ਛੱਡ ਕੇ, ਪ੍ਰਮਾਤਮਾ ਦਾ ਨਾਮ ਸਾਰ ਕੇ ਤੁਸੀਂ ਲੰਗਰ ਲਾਉਂਦੇ ਫਿਰਦੇ ਹੋ, ਤੁਸੀਂ ਜਗ ਕਰਦੇ ਫਿਰਦੇ ਹੋ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਇਹਦੀ ਕੋਈ ਕੀਮਤ ਨਹੀਂ ਹੈ। ਗੁਰੂ ਤੋਂ ਪਰਾਂ ਜਾ ਕੇ, ਗੁਰੂ ਤੋਂ ਬੇਮੁਖ ਹੋ ਕੇ ਲੰਗਰ ਲਾਉਣੇ, ਇਹਦੀ ਕੋਈ ਕੀਮਤ ਨਹੀਂ ਹੈ, ਇਹ ਸੇਵਾ ਥਾਂ ਪੈਂਦੀ ਨਹੀਂ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਕੋ ਪਲਾਏ ਪਾਣੀ, ਤੈਨੂੰ ਸਿੱਖਾ ਸਿਆਪੇ ਕਰਨ ਦੀ ਲੋੜ ਨਹੀਂ ਹੈ। ਤੂੰ ਭਾਵਨਾ ਦੇ ਨਾਲ ਆਪਣੇ ਗੁਰਸਿੱਖਾਂ ਨੂੰ ਜਲ ਛਕਾਇਆ ਕਰ। ਤੇ ਕੁਰ ਖੇਤ ਫਲ ਸਿੱਖ ਕੋ ਪਲਾਏ ਪਾਣੀ, ਭਾਉ ਕਰ ਕੁਰ ਖੇਤ ਅਸਮੇਧ ਜਗ ਫਲ ਸਿੱਖ ਕੋ ਜਿਵਾਏਗਾ। ਸਾਰੀ ਦੁਨੀਆ ਇਕੱਠੀ ਕਰਕੇ ਲੰਗਰ ਛਕਾ ਦਿਓ ਤੇ ਜਿਹੜਾ ਉਹਦਾ ਫਲ ਮਿਲਣਾ ਹੈ ਨਾ, ਸਾਰੀ ਦੁਨੀਆ ਰਾਜੇ ਕਰ ਦਿੰਦੇ ਸੀ। ਅਸਮੇਧ ਜਗ ਫਲ। ਤੇ ਭਾਈ ਗੁਰਦਾਸ ਜੀ ਕਹਿੰਦੇ ਤੈਨੂੰ ਅਸਮੇਧ ਜਗ ਫਲ ਸਿੱਖ ਕੋ ਜਿਵਾਏਗਾ। ਤੂੰ ਇੱਕ ਰਹਿਤਵਾਨ ਸਿੱਖ ਨੂੰ, ਗੁਰੂ ਕੇ ਗ੍ਰੰਥੀ ਨੂੰ, ਗੁਰੂ ਘਰ ਦੇ ਝਾੜੂ ਬਰਦਾਰ ਨੂੰ, ਗੁਰੂ ਕੇ ਪਿਆਰ ਵਾਲੇ ਨੂੰ ਜੇ ਤੂੰ ਰੋਟੀ ਖਵਾ ਦਿੱਤੀ ਨਾ ਇੱਕ ਦਿਨ ਵੀ, ਤੇ ਸਾਰੀ ਦੁਨੀਆ ਤੇ ਲੰਗਰ ਛਕਾਉਣ ਦਾ ਜਿੰਨਾ ਫਲ ਵਾ ਨਾ, ਸਾਰੀ ਦੁਨੀਆ ਨੂੰ ਇੰਨਾ ਫਲ ਤੈਨੂੰ ਮਿਲੇਗਾ। ਜਾਨੀ ਕਿ ਇਹ ਗੱਲਾਂ ਕਹਿਣ ਦਾ ਮਤਲਬ ਸੀ ਭਾਈ ਗੁਰਦਾਸ ਜੀ ਉਹਨਾਂ ਦਾ ਵੀ ਇਹ ਬੰਦਾ ਆਪਣੇ ਧਰਮ ਨਾਲ ਜੁੜੇ, ਇਹ ਗੁਰਦੁਆਰੇ ਨਾਲ ਜੁੜ ਜੇ, ਇਹ ਸਿੱਖੀ ਨਾਲ ਜੁੜ ਜੇ, ਇਹ ਸੰਗਤ ਨਾਲ ਜੁੜ ਜੇ। ਤੇ ਗੁਰਦੁਆਰਾ ਛੱਡ ਕੇ ਬਾਹਰ ਤੁਰ ਗਿਆ ਸਿੱਖ ਤਾਂ ਹੁਣ। ਸਿੱਖ ਕੋ ਪਲਾਏ ਪਾਣੀ, ਭਾਉ ਕਰ ਕੁਰ ਖੇਤ ਅਸਮੇਧ ਜਗ ਫਲ ਸਿੱਖ ਕੋ ਜਿਵਾਏਗਾ। ਤੇ ਭਾਈ ਗੁਰਦਾਸ ਜੀ ਨੇ ਇੱਕ ਹੋਰ ਗੱਲ ਕਹੀ ਹੈ। ਉਹ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਹੁਸਾਰ ਦੀਨੇ। ਕੋਈ ਬੰਦਾ ਸੋਨੇ ਦੇ 4 ਕੋਠੇ ਬਣਾਵੇ, ਇੱਟਾਂ ਦੇ ਨਹੀਂ, ਉਹਨੂੰ ਕੋਈ ਸਰੀਆ ਨਾ ਲੱਗਾ ਹੋਵੇ, ਉਹਨੂੰ ਕੋਈ ਲੱਕੜ ਨਾ ਲੱਗੀ ਹੋਵੇ, ਉਹਨੂੰ ਕੋਈ ਪੱਥਰ ਨਾ ਲੱਗਾ ਹੋਵੇ, ਸੋਨਾ ਲੱਗਾ ਹੋਵੇ, 4 ਕੋਠੇ ਇਦਾਂ ਦੇ ਤਿਆਰ ਕੀਤੇ ਜਾਣ। ਜੈਸੇ ਸਤ ਮੰਦਰ, ਸਤ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਸਿੱਖ ਨੂੰ ਇੱਕ ਸ਼ਬਦ ਪੜ੍ਹਨਾ ਸਿਖਾ ਦਿਓ, ਕੰਠ ਕਰਾ ਦਿਓ। ਮਗਰ ਅੱਗੇ ਅੱਗੇ ਬੋਲ ਕੇ ਨਾ, ਪੁਰਾਣੀ ਮਰਜ਼ਾਦਾ ਹੁੰਦੀ ਸੀ ਜਦੋਂ ਦੁਨੀਆ ਪੜ੍ਹੀ ਲਿਖੀ ਨਹੀਂ ਸੀ ਹੁੰਦੀ, ਤੇ ਉਦੋਂ ਫਿਰ ਪੁਰਾਤਨ ਗੁਰਸਿੱਖ ਕੀ ਕਰਦੇ ਸੀ, ਅੱਗੇ ਅੱਗੇ ਬੋਲਦੇ ਹੁੰਦੇ ਸੀ ਤੇ ਪਿੱਛੇ ਪਿੱਛੇ ਬੋਲ ਕੇ ਦੂਜਿਆਂ ਨੂੰ ਸ਼ਬਦ ਸਿਖਾਉਣਾ, ਇਸ ਤਰ੍ਹਾਂ ਜਪਣਾ, ਇਹਨੂੰ ਇਸ ਤਰ੍ਹਾਂ ਪੜ੍ਹਿਆ ਕਰੋ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਇੱਕ ਸ਼ਬਦ ਵੀ ਸਿਖਾ ਗਿਆ ਨਾ ਕਿਸੇ ਦੂਸਰੇ ਨੂੰ, ਤੇ ਉਹਨੂੰ ਫਲ ਕਿੰਨਾ ਮਿਲਣਾ ਹੈ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ। 7 ਘਰ ਸੋਨੇ ਦੇ ਬਣਾ ਕੇ ਕੋਈ ਦਾਨ ਕਰ ਦੇ ਤੇ ਇੱਕ ਪ੍ਰੇਮ ਨਾਲ ਗੁਰੂ ਕੀ ਬਾਣੀ ਦਾ ਸ਼ਬਦ ਸੰਗਤਾਂ ਨੂੰ ਪੜ੍ਹ ਦੇਵੇ, ਪੜ੍ਹ ਕੇ ਸਿਖਾ ਦੇਵੇ ਪੜ੍ਹਨਾ, ਇੰਨਾ ਫਲ ਮਿਲਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਕਿ सेव करी इन्हीं की भावत और की सेव सहात ना जी को, दान दियो इन्हीं को पलो। तुसी दान देना है ना ते गुरु दे दर ते आण के दियो। दान देना है ग्रंथी नूं दियो, दान देना है गुरसिख नूं दियो, गैर नूं ना दियो। ये हदायत है गुरु गोबिंद सिंह महाराज दी। अज भी कोई कह रहे सी बाबा जी तुसी तवा ना लाया करो खालसा एड वालियां दा। मैं कहा मैं तवा लाउणा मेरा धर्म वा, खालसा एड दा तवा लाउणा मेरा धर्म वा, मेरा फर्ज वा। वो सब तो माड़ी हाल धरती उत्ते साडे गुरद्वारियां दे ग्रंथियां दी आ। उन्हां दी धीआं दी सार क्यों नहीं खालसा एड ने लई? उन्हां नूं कोई कोठा पा के क्यों नहीं खालसा एड ने दिता ग्रंथियां नूं? ਤੇ ਧਰਮ ਦਾ ਕੇਂਦਰ ਤੇ ਗੁਰਦੁਆਰਾ ਹੈ, ਤੇ ਗੁਰਦੁਆਰੇ ਦੇ ਵਿੱਚ ਇਹ ਕੁਝ ਹੋ ਰਿਹਾ, ਉੱਥੇ ਬੈਠੇ ਗ੍ਰੰਥੀ ਕੋ ਰੋਟੀ ਨਹੀਂ ਹੈ ਖਾਣ ਨੂੰ, ਤੇ ਤੁਹਾਡਾ ਧਰਮ ਕਿਵੇਂ ਵਧੇ ਫੁੱਲੇਗਾ? ਜਿਸ ਧਰਮ ਤੋਂ, ਜਿਸ ਗੁਰਦੁਆਰੇ 'ਚ ਬੈਠ ਕੇ ਕਿਸੇ ਨੇ ਕੋਈ ਸੇਧ ਲੈਣੀ, ਤੇ ਉੱਥੇ ਬੈਠੇ ਗ੍ਰੰਥੀ ਦੇ ਕੋਲ ਕੋਈ ਸਹੂਲਤ ਹੀ ਨਹੀਂ ਹੈ, ਰੋਟੀ ਖਾਣ ਨੂੰ ਨਹੀਂ ਹੈ, ਤੇ ਕੀ ਤੁਹਾਡਾ ਧਰਮ ਵਧੇਗਾ? ਤੇ ਤੁਹਾਡਾ ਦਾਨ ਦਿੱਤਾ ਕਿੱਥੇ ਜਾ ਕੇ ਲੱਗੇਗਾ? ਮੈਨੂੰ ਤਾਂ ਨਹੀਂ ਸਮਝ ਆਉਂਦੀ ਕੋਈ। नहीं 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 नहीं, मार कहते सेव करी इन्हीं की भावत और की सेवना सुहात जी को, दान दियो इन्हीं को पलो और आन को दान न लागो नीको।
ਮਹਾਰਾਜ ਕਹਿੰਦੇ ਤੂੰ ਗੁਰਸਿੱਖਾਂ ਨੂੰ ਛੱਡ ਕੇ ਕਿਤੇ ਹੋਰ ਦਾਨ ਦੇ ਦਿੱਤਾ ਨਾ। ਵੇਖੋ ਹੁਣ ਸ਼੍ਰੋਮਣੀ ਕਮੇਟੀ ਕਿੰਨੇ 100 ਕਰੋੜ ਚ ਘਾਟੇ 'ਚ ਚੱਲ ਗਈ ਸਾਡੀ। ਉੱਥੇ ਗੁਰਸਿੱਖ ਪਰਿਵਾਰ ਹੀ ਨੌਕਰੀਆਂ ਕਰਦੇ ਨੇ ਨਾ, ਛੋਟੇ ਸੇਵਾਦਾਰ ਤੋਂ ਲੈ ਕੇ ਵੱਡੇ ਸੇਵਾਦਾਰ ਸਾਰੇ ਗੁਰਸਿੱਖ ਹੀ ਨੇ ਨਾ, ਕਿ ਗੈਰ ਵੀ ਨੇ, ਸਾਰੇ ਨੇ। ਤੇ ਉੱਥੇ ਘਾਟਾ ਪੈ ਗਿਆ ਤੇ ਉਹਨਾਂ ਨੂੰ ਤਨਖਾਹਾਂ ਕਿੱਥੋਂ ਮਿਲਣਗੀਆਂ? ਤੇ ਅਸੀਂ ਦਾਨ ਕਿੱਥੇ ਰੋੜਤਾ ਆਪਣਾ? ਨਹੀਂ ਨਹੀਂ, ਮਹਾਰਾਜ ਕਹਿੰਦੇ ਔਰ ਆਨਕ ਦਾਨ ਨਾ ਦੀ ਦਾਨ ਦਿਓ ਇਹਦੀ ਹੀ ਕੋ ਪਲੋ ਔਰ ਆਨ ਕੋ ਦਾਨ ਨਾ ਲਾਗੋ ਨੀਕੋ। ਹੋਰ ਕਿਤੇ ਤੂੰ ਦਾਨ ਦੇਤਾ ਤੇਰਾ ਲੱਗਣਾ ਨਹੀਂ ਹੈ। आगे फले इन्हीं को दियो जस में जग और दियो सब फीको। ਮਹਾਰਾਜ ਕਹਿੰਦੇ ਤੂੰ ਖਾਲਸਾ ਪੰਥ ਨੂੰ ਛੱਡ ਕੇ ਕਿਤੇ ਹੋਰ ਦਾਨ ਦੇ ਦਿੱਤਾ ਤੇ ਇਹ ਫਲਣਾ ਨਹੀਂਗਾ, ਇਹਦਾ ਅੱਗੇ ਜਾ ਕੇ ਤੈਨੂੰ ਕੋਈ ਫਲ ਮਿਲਣਾ ਹੀ ਨਹੀਂਗਾ ਸੇਵਾ ਦਾ। ਇੱਕ ਪੰਥ ਦੀ ਸੇਵਾ ਛੱਡ ਕੇ, ਗੁਰੂ ਦੀ ਸੇਵਾ ਛੱਡ ਕੇ ਤੂੰ ਹੋਰ ਕਿਤੇ ਸੇਵਾ ਕਰਦਾ ਫਿਰੇ, ਕਿਤੇ ਹੋਰ ਜਾ ਕੇ ਤੂੰ ਦਾਨ ਕਰਦਾ ਰਵੇਂ, ਤੈਨੂੰ ਦਾਨ ਦਾ ਫਲ ਮਿਲਣਾ ਨਹੀਂ ਹੈ। ਤੇ ਭਾਈ ਗੁਰਦਾਸ ਜੀ ਇੱਕ ਵਾਰ ਕਹਿ ਕੇ ਅਸੀਂ ਹੁਣ ਮੁਕਤੀ ਆਪਣੇ ਸਮਾਪਤੀ ਵਾਲੇ ਪਾਸੇ ਜਾਈਏ। ਉਹ ਕਹਿੰਦੇ ਨੇ ਗੁਰਸਿੱਖਾਂ, ਜਿਹੜੇ ਗੁਰੂ ਕੇ ਸਿੱਖ ਨੇ ਨਾ ਭਾਈ, ਉਹਨਾਂ ਦਾ ਇੱਕ ਫਰਜ਼ ਵਾ। ਗੁਰਸਿੱਖਾਂ ਕੀ ਫਰਜ਼ ਵਾ? ਗੁਰਸਿੱਖ ਸੇਵਾ ਲਾਇਆ। ਜਿੱਥੇ ਆਪ ਕੋਈ ਗੁਰਸਿੱਖ ਗੁਰਦੁਆਰੇ ਨਾਲ ਜੁੜਿਆ ਹੋਇਆ ਵਾ, ਸੇਵਾ ਨਾਲ ਜੁੜਿਆ ਹੋਇਆ, ਤੇ ਉਹਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਫਰਜ਼ ਬਣਦਾ ਵੀ ਹੋਰ ਵੀ ਗੁਰਸਿੱਖਾਂ ਨੂੰ ਗੁਰੂ ਕੀ ਸੇਵਾ ਦੇ ਨਾਲ ਜੋੜੇ। ਲੋਕ ਸੇਵਾ ਨਾਲ ਨਾ ਜੋੜੇ, ਗੁਰੂ ਕੀ ਸੇਵਾ ਨਾਲ ਜੋੜੇ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ। ਤੇ ਸੇਵਾ ਕਰਨੀ ਕਿੱਥੇ ਆ? ਸੇਵਾ ਕਰਨ ਵਾਲੀ ਜਗ੍ਹਾ ਕਿਹੜੀ ਆ? ਕਿਸ ਜਗ੍ਹਾ ਤੇ ਸੇਵਾ ਕਰਨੀ ਆ? ਅੱਗੇ ਭਾਈ ਗੁਰਦਾਸ ਨੇ ਲਿਖਿਆ, ਸਾਧ ਸੰਗਤ ਕਰ ਸੇਵਾ ਸੁਖ ਫਲ ਪਾਇਆ। ਕਹਿੰਦੇ ਤੂੰ ਸੰਗਤ ਦੀ ਸੇਵਾ ਕਰਨੀ ਆ। ਜਿੱਥੇ ਬੈਠ ਕੇ ਕਿਸੇ ਨੇ ਗੁਰੂ ਗੁਰੂ ਜਪਣਾ ਹੈ ਨਾ, ਉਸ ਜਗ੍ਹਾ ਦੀ ਸੰਭਾਲ ਕਰ। ਤੂੰ ਉਹ ਜਗ੍ਹਾ ਦੀ ਸੇਵਾ ਕਰਿਆ ਕਰ ਜਿੱਥੇ ਗੁਰੂ ਦਾ ਪ੍ਰਕਾਸ਼ ਹੋਣਾ ਹੈ, ਜਿੱਥੇ ਗੁਰਦੁਆਰਾ ਹੈ, ਜਿੱਥੇ ਗੁਰੂ ਕੀ ਸੰਗਤ ਬੈਠਦੀ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਉੱਥੇ ਸੇਵਾ ਕਰਿਆ ਕਰ, ਤੂੰ ਹੋਰ ਨਾ ਸੇਵਾ ਕਰਿਆ ਕਰੋ। ਗੁਰੂ ਰਾਮਦਾਸ ਕਹਿੰਦੇ ਨੇ ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ। ਕਹਿੰਦੇ ਤੂੰ ਸੰਗਤ ਦੀ ਸੇਵਾ ਕਰੇਗਾ ਤੇ ਤੈਨੂੰ ਸੁੱਖ ਤੇ ਫਲ ਮਿਲੂਗਾ। ਤੇ ਸੰਗਤ ਦੀ ਸੇਵਾ ਕਿਹੜੀ ਸੇਵਾ ਹੁੰਦੀ ਆ? ਅੱਗੇ ਭਾਈ ਗੁਰਦਾਸ ਨੇ ਅਗਲੀ ਤੁਕ 'ਚ ਲਿਖੀ ਆ। ਉਹ ਕਹਿੰਦੇ ਨੇ ਤੱਪੜ ਝਾੜ ਵਿਛਾਏ। ਗੁਰਦੁਆਰੇ ਦੀਆਂ ਦਰੀਆਂ ਝਾੜਿਆ ਕਰ, ਤੇ ਫਿਰ ਝਾੜ ਬਣਾ ਕੇ ਤੇ ਉਹਨੂੰ ਵਿਛਾਇਆ ਕਰ। ਤੱਪੜ ਝਾੜ ਵਿਛਾਏ ਤੂੜੀ ਨਹਾਇਆ। ਤੇ ਗੁਰਸਿੱਖਾਂ ਦੀ ਚਰਨ ਧੂੜ ਨਹਾਇਆ, ਉਹਨਾਂ ਦੀ ਧੂੜੀ 'ਚ ਨਹਾਇਆ ਕਰ, ਅਥਵਾ ਉਹਨਾਂ ਦੇ ਬਚਨ ਸੁਣਿਆ ਕਰ। ਤੇ ਕੋਰੇ ਮੱਠ ਅਣਾਏ ਨੀਰ ਪਵਾਇਆ। ਤੇ ਪੁਰਾਣੀ ਮਰਜ਼ਾਦਾ ਹੁੰਦੀ ਸੀ, ਅੱਜ ਕੱਲ੍ਹ ਤੋਂ ਟੈਂਕੀਆਂ ਬਣ ਲੱਗ ਗਈਆਂ, ਟੂਟੀਆਂ ਲੱਗ ਗਈਆਂ। ਉਦੋਂ ਟੈਂਕੀਆਂ ਨਹੀਂ ਸੀ ਹੁੰਦੀਆਂ, ਟੂਟੀਆਂ ਨਹੀਂ ਸੀ ਹੁੰਦੀਆਂ। ਤੇ ਉਦੋਂ ਧਰਮਸ਼ਾਲਾ ਵਿੱਚ ਘੜੇ ਰੱਖੇ ਜਾਂਦੇ ਸਨ ਕੋਰੇ। ਤੇ ਦੂਰ ਦਰਾਡਿਓ ਖੂਹਾਂ ਤੋਂ ਪਾਣੀ ਲਿਆਣ ਕੇ ਗੁਰਸਿੱਖਾਂ ਨੇ ਉਹ ਘੜੇ ਭਰਨੇ। ਇਹ ਸੀ ਪੁਰਾਣੀ ਸੇਵਾ ਸਾਡੀ, ਕਿ ਧਰਮਸ਼ਾਲਾ ਵਿੱਚ ਸਾਂਭ ਸੰਭਾਲ ਕਰਨੀ, ਝਾੜੂ ਵੱਟੀ ਕਰਨੀ, ਦਰੀਆਂ ਝਾੜਨੀਆਂ, ਚੰਦੋਵੇ ਬਦਲਣੇ, ਗੁਰੂ ਨੂੰ ਚੌਰ ਕਰਨਾ, ਆਈ ਸੰਗਤ ਵਾਸਤੇ ਲੰਗਰ ਪਾਣੀ ਤਿਆਰ ਕਰਨਾ। ਇਹ ਸੀ ਸਾਡੀ ਕੌਮ ਦੀ ਸੇਵਾ, ਇਹ ਸੀ ਗੁਰੂ ਦੀ ਸੇਵਾ। ਪਰ ਅਸੀਂ ਹੋਰ ਹੀ ਹੋਰ ਸੇਵਾ ਕਰਨ ਲੱਗ ਪਏ। ਮੈਂ ਤੇ ਕੱਲ੍ਹ ਵੀ ਕਹਿ ਰਿਹਾ ਸੀ ਕਿਸੇ ਨੂੰ ਕਿ ਭਗਤ ਕਬੀਰ ਜੀ ਨੇ ਆਪਣੇ ਘਰ ਬਹਿ ਕੇ ਸੇਵਾ ਕੀਤੀ ਆ, ਸੜਕਾਂ 'ਤੇ ਨਹੀਂ ਕੀਤੀ। ਕਬੀਰ ਨੇ ਸੜਕਾਂ 'ਤੇ ਨਹੀਂ ਲੰਗਰ ਲਾਇਆ। ਇਹ ਸਾਡੇ ਕਹਿੰਦੇ ਇਹ ਬਾਬੇ ਨਾਨਕ ਨੇ ਲੰਗਰ ਲਾਇਆ ਸੀ, 20 ਰੁਪਈਆਂ ਦਾ ਬਾਬੇ ਨਾਨਕ ਨੇ ਲੰਗਰ ਲਾਇਆ ਸੀ ਤੇ ਅਸੀਂ ਤਾਂ ਪਏ ਲਾਉਂਦੇ ਹਾਂ। ਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਨਾ, ਬਾਬੇ ਨਾਨਕ ਨੇ ਸੜਕ 'ਤੇ ਨਹੀਂ ਸੀ ਲਾਇਆ। ਉਹ ਸਾਧੂ ਮਹਾਤਮਾ ਨੂੰ ਜੰਗਲ 'ਚ ਜਾ ਕੇ ਲੰਗਰ ਛਕਾਇਆ ਸੀ, ਜਿਹੜੇ ਲੰਮੇ ਸਮੇਂ ਤੋਂ ਤਪੱਸਿਆ ਕਰਨ ਦੇ ਸਨ, ਕਈ ਸਾਲ ਹੋ ਗਏ ਸਨ, ਜਿਨ੍ਹਾਂ ਨੇ ਰੋਟੀ ਵੇਖੀ ਨਹੀਂ ਸੀ।
ਉਹਨਾਂ ਨੂੰ ਭੁੱਖਿਆਂ ਨੂੰ ਖਵਾਇਆ ਸੀ। ਤੇ ਸੜਕਾਂ 'ਤੇ ਕੋਈ ਭੁੱਖਾ ਨਹੀਂ ਹੁੰਦਾ ਭਾਈ। ਸੜਕਾਂ 'ਤੇ ਕਿਸੇ ਨੂੰ ਰੋਟੀ ਖਵਾਉਣਾ ਹੋਵੇ, ਸੜਕਾਂ 'ਤੇ ਭੁੱਖੇ ਤੁਰੇ ਫਿਰਦੇ ਲੋਕ? ਨਾ 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 ਨਾ। ਇੱਕ ਸਾਖੀ ਆਉਂਦੀ ਸਾਡੇ ਇਤਿਹਾਸ ਦੀ, ਮੈਂ ਕਹਿ ਰਿਹਾ ਸੀ ਭਾਈ ਗੁਰਦਾਸ ਨੇ ਲਿਖਿਆ ਵੀ ਸਾਧ ਸੰਗਤ ਕਰ ਸੇਵ। ਸੰਗਤ ਦੀ ਬੜੀ ਵੱਡੀ ਵਡਿਆਈ ਆ। ਜਿਹੜਾ ਸੰਗਤ ਦੀ ਸੇਵਾ ਕਰੇਗਾ ਇਹ ਤੁਰ ਦਰਗਾਹ 'ਚ ਪ੍ਰਵਾਨ ਹੁੰਦੀ ਹੈ। ਤੇ ਜਿਹੜਾ ਸੰਗਤ ਨੂੰ ਛੱਡ ਕੇ ਸੇਵਾ ਕਰੂਗਾ, ਇਹ ਸੇਵਾ ਗੁਰੂ ਰਾਮਦਾਸ ਕਹਿੰਦੇ ਹਰ ਕੀ ਸੇਵਾ ਕਰੋ ਤੁਮ, ਦੂਜੀ ਸੇਵਾ ਕਰੋ ਨਾ ਕੋਈ ਜੀਓ। ਕੋਈ ਸੇਵਾ ਨਾ ਕਰੋ ਬਾਕੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਤੇ ਦੂਜੀ ਸੇਵਾ ਜੀਵਨ ਬਿਰਥਾ ਜਾਏ ਜੀਓ। ਇੱਕ ਦਿਨ ਕੀ ਹੋਇਆ, ਮੈਂ ਸਾਖੀ ਇੱਕ ਛੋਟੀ ਜਿਹੀ ਸੁਣਾ ਕੇ ਹੁਣ ਸਮਾਪਤੀ ਵਾਲੇ ਪਾਸੇ ਜਾਵਾਂ। ਕਿਉਂਕਿ ਮੈਂ ਕਹਿ ਰਿਹਾ ਸੀ ਕਿ ਰੱਬ ਦੀ ਸੇਵਾ ਤੇ ਸੰਗਤ ਦੀ ਸੇਵਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਇੱਕ ਧੀ ਸੀ, ਉਹਦਾ ਨਾਂ ਸੀ ਬੀਬੀ ਵੀਰੋ। ਉਹਦਾ ਵਿਆਹ ਰੱਖਿਆ ਘਰ ਵਿੱਚ ਤੇ ਮਠਿਆਈਆਂ ਬਣੀਆਂ ਹੋਈਆਂ ਸਨ। ਵਿਆਹ ਦੇ ਵੇਲੇ ਤੁਹਾਨੂੰ ਪਤਾ ਵੀ ਉਦੋਂ ਬੂੰਦੀਆਂ ਬਾਂਦੀਆਂ ਕੱਢੀਆਂ ਜਾਂਦੀਆਂ ਸਨ, ਪਕੌੜੇ। ਘਰ ਵਿੱਚ ਵਿਆਹ ਵਾ ਤੇ ਮਠਿਆਈ ਬੂੰਦੀ ਕੱਢੀ ਗਈ ਤੇ ਛੇਵੇਂ ਪਾਤਸ਼ਾਹ ਅਕਾਲ ਤਖ਼ਤ ਸਾਹਿਬ ਤੇ ਬੈਠੇ ਨੇ ਤੇ ਸੰਗਤਾਂ ਆ ਗਈਆਂ। ਇਹ ਗੁਰੂ ਨੇ ਵੀ ਸੰਗਤ ਨੂੰ ਬੜੀ ਵੱਡੀ ਵਡਿਆਈ ਬਖਸ਼ੀ ਹੋਈ ਆ। ਸੰਗਤਾਂ ਆ ਗਈਆਂ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਸੰਗਤਾਂ ਨੂੰ ਜਲ ਪਾਣੀ ਛਕਾਉਣਾ ਵਾ ਤੇ ਘਰੋਂ ਮਠਿਆਈ ਬਣੀ ਆ, ਬੀਬੀ ਸਾਡੀ ਧੀ ਦਾ ਵਿਆਹ ਵਾ ਤੇ ਉਹ ਮਠਿਆਈਆਂ ਲੈ ਕੇ ਆਓ, ਸੰਗਤਾਂ ਨੂੰ ਛਕਾਈਏ। ਕਿਉਂਕਿ 3 ਤਰ੍ਹਾਂ ਦੇ ਰਿਸ਼ਤੇ ਹੁੰਦੇ ਸਾਡੇ। ਪਹਿਲਾ ਹੁੰਦਾ ਸਾਡਾ ਦਾਦਕਾ, ਨਾਨਕੇ ਤੇ ਸਹੁਰੇ। ਇਹ 3 ਰਿਸ਼ਤੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਤਿੰਨਾਂ ਰਿਸ਼ਤਿਆਂ ਵਿੱਚੋਂ ਉੱਚਾ ਤੇ ਸੁੱਚਾ ਰਿਸ਼ਤਾ ਸੰਗਤ ਦਾ ਹੈ। ਸੱਚਾ ਸਾਕ ਨਾ ਟੁੱਟੇ ਗੁਰ ਮੇਲੇ ਸਹੀਆਂ। ਸਹੁਰਿਆਂ ਨਾਲੋਂ, ਨਾਨਕਿਆਂ ਨਾਲੋਂ, ਦਾਦਕਿਆਂ ਨਾਲੋਂ ਕੋਈ ਮਹਾਨ ਰਿਸ਼ਤਾ ਹੈ, ਕੋਈ ਵੱਡਾ ਰਿਸ਼ਤਾ ਹੈ ਤੇ ਉਹ ਗੁਰੂ ਕੀ ਸੰਗਤ ਦਾ ਰਿਸ਼ਤਾ ਹੈ। ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਸੰਗਤ ਨੂੰ ਅਸੀਂ ਮਠਿਆਈਆਂ ਛਕਾਉਣੀਆਂ, ਘਰੋਂ ਲੈ ਕੇ ਆਓ। ਤੇ ਸੇਵਕ ਗਏ ਘਰ ਲੈਣ ਮਠਿਆਈਆਂ, ਵੀ ਛੇਵੇਂ ਪਾਤਸ਼ਾਹ ਮੰਗਦੇ ਨੇ ਸੰਗਤਾਂ ਨੂੰ ਮਠਿਆਈਆਂ ਛਕਾਉਣੀਆਂ। ਤੇ ਉਹਨਾਂ ਦੇ ਘਰੋਂ ਕਹਿਣ ਲੱਗੇ ਵੀ ਇਹ ਸੰਗਤ ਵਾਸਤੇ ਨਹੀਂ ਬਣੀ ਹੋਈ ਮਠਿਆਈ, ਇਹ ਜੰਝ ਆਉਣੀ ਆ ਤੇ ਅਸੀਂ ਜੰਝ ਨੂੰ ਛਕਾਉਣੀ ਆ। ਤੇ ਸੇਵਕ ਉੱਦਾਂ ਹੀ ਖਾਲੀ ਮੁੜ ਆਏ। ਤੇ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਸੰਗਤਾਂ ਨੂੰ ਮਠਿਆਈ ਛਕਾਉਣੀ ਲੈ ਕੇ ਨਹੀਂ ਆਏ ਤੁਸੀਂ? ਕਹਿਣ ਲੱਗੇ ਜੀ ਘਰਦਿਆਂ ਤੁਹਾਡਿਆਂ ਨੇ ਸਾਨੂੰ ਦਿੱਤੀ ਨਹੀਂ ਹੈ। ਕਹਿਣ ਲੱਗੇ ਕੀ ਕਹਿੰਦੇ ਸਾਨੂੰ? ਕਹਿਣ ਲੱਗੇ ਜੀ ਇਹ ਸੰਗਤ ਵਾਸਤੇ ਨਹੀਂ ਮਠਿਆਈ ਬਣੀ, ਇਹ ਤੇ ਜੰਝ ਨੂੰ ਖਵਾਉਣੀ ਆ। ਤੇ ਮਹਾਰਾਜ ਕਹਿੰਦੇ ਜੇ ਸੰਗਤ ਵਾਸਤੇ ਨਹੀਂ ਨਾ ਮਠਿਆਈ, ਤੇ ਮਠਿਆਈ ਹੁਣ ਜੰਝ ਵੀ ਨਹੀਂ ਖਾਊ, ਇਹਨਾਂ ਨੂੰ ਮੁਸਤੁਰਕ ਖਾਣਗੇ। ਉਹ ਕਲੇਸ਼ ਪੈ ਗਿਆ, ਜੰਝ ਨੂੰ ਵੀ ਨਹੀਂ ਮਠਿਆਈ ਮਿਲੀ, ਜੇ ਸੰਗਤ ਨੂੰ ਮਿਲੀ। ਇਹ ਗੁਰੂਆਂ ਨੇ ਆਪ ਪੂਰਨੇ ਪਾ ਕੇ ਦੱਸੇ ਸਾਨੂੰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸੰਗਤ ਦੀ ਪਿੱਪਲੀ ਸਾਹਿਬ ਗੁਰਦੁਆਰਾ ਹੈ ਅੰਮ੍ਰਿਤਸਰ ਸ਼ਹਿਰ ਦੇ ਉੱਤਰ ਸਾਈਡ ਤੇ ਗੁਰਦੁਆਰਾ ਹੈ ਪਿੱਪਲੀ ਸਾਹਿਬ। ਤੇ ਗੁਰੂ ਅਰਜਨ ਦੇਵ ਸਾਰੀ ਰਾਤ ਸੰਗਤ ਨੂੰ ਪੱਖਾ ਝੱਲਦੇ ਰਹੇ। ਪਤਾ ਲੱਗਾ ਵੀ ਸੰਗਤਾਂ ਆ ਗਈਆਂ ਤੇ ਗੁਰੂ ਅਰਜਨ ਦੇਵ ਆਪ ਭੋਜਨ ਤਿਆਰ ਕਰਕੇ ਆਪਣੇ ਘਰੋਂ ਲੈ ਕੇ ਪਿੱਪਲੀ ਸਾਹਿਬ ਜਾਂਦੇ ਨੇ। ਤੇ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਸਾਰੀ ਰਾਤ ਸੰਗਤਾਂ ਦੇ ਪੈਰ ਨੱਪਦੇ ਰਹੇ, ਲੱਤਾਂ ਨੱਪਦੇ ਰਹੇ, ਮੁੱਠੀ ਚਾਪੀ ਕਰਦੇ ਰਹੇ, ਪੱਖਾ ਝੱਲਦੇ ਰਹੇ। ਇਹ ਸੰਗਤ ਦੀ ਸੇਵਾ ਹੈ। ਤੇ ਅਸੀਂ ਸੇਵਾ ਹੀ ਕੋਈ ਹੋਰ ਕਰਨ ਲੱਗ ਪਏ ਆ ਭਾਈ। ਮੈਂ ਆਸ ਕਰਦਾ ਹਾਂ ਵੀ ਹੋ ਸਕਦਾ ਹੈ ਖਾਲਸਾ ਏਡ ਵਾਲੇ ਕਦੀ ਗੁਰਦੁਆਰੇ ਵੜੇ ਹੀ ਨਾ ਹੋਣ। ਜੇ ਤੁਸੀਂ ਗੁਰਦੁਆਰੇ ਨਹੀਂ ਵੜਦੇ, ਗੁਰਦੁਆਰੇ ਦੀ ਸੇਵਾ ਹੀ ਨਹੀਂ ਕਰਦੇ, ਇੱਥੇ ਕੋਈ ਦਰੀਆਂ ਨਹੀਂ ਵਿਛਾਉਂਦੇ, ਦਰੀਆਂ ਨਹੀਂ ਝਾੜਦੇ, ਤੇ ਸੜਕਾਂ 'ਤੇ ਸੇਵਾ ਕਰਦੇ ਫਿਰਦੇ ਹੋ, ਇਹ ਗੁਰੂ ਤੋਂ ਤੁਸੀਂ ਪਰਾਂ ਤੁਰ ਗਏ ਹੋ। ਇਹ ਸੇਵਾ ਗੁਰੂ ਨੂੰ ਨਹੀਂ ਪ੍ਰਵਾਨ ਜਿਹੜੀ ਤੁਸੀਂ ਕਰਦੇ ਫਿਰਦੇ ਹੋ। ਸਾ ਸੇਵਾ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਤੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ।
ਅੱਜ ਵੀਰਵਾਰ ਵਾ ਨਾ, ਤੇ ਅੱਜ ਦੇ ਦਰਬਾਰ ਸਾਹਿਬ ਦਾ ਹੁਕਮਨਾਮਾ ਪੜ੍ਹ ਕੇ ਵੇਖ ਲਿਓ। ਉਹਦੀ ਜਿਹੜੀ ਪੌੜੀ ਸੀ ਨਾ, ਉਹਦੇ ਵਿੱਚ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਕਿ ਜੋ ਸੇਵੇ ਸਤ ਮੁਰਾਰ, ਜਿਹੜਾ ਰੱਬ ਦੀ ਸੇਵਾ ਕਰਦਾ ਹੈ, ਜੋ ਸੇਵੇ ਸਤ ਮੁਰਾਰ ਸੇ ਭਵਜਲ ਤਰ, ਜੋ ਸੇਵੇ ਸਤ ਮੁਰਾਰ ਸੇ ਭਵਜਲ ਤਰ ਗਿਆ। ਪਰ ਕਹਿੰਦੇ ਜਿਹੜਾ ਰੱਬ ਦੀ ਸੇਵਾ ਕਰੂਗਾ ਦੁਨੀਆ ਤੋਂ ਤਰ ਜਾਊਗਾ, ਤੇ ਅਸੀਂ ਸੇਵਾ ਹੀ ਦੁਨੀਆ ਦੀ ਕਰਨ ਦੇ ਆ ਤਾਂ ਕਿੱਦਾਂ ਤਰਾਂਗੇ? ਤੇ ਰੱਬ ਦੀ ਸੇਵਾ ਕਿੱਦਾਂ ਕਰਨੀ ਆ? ਜੋ ਸੇਵੇ ਸਤ ਮੁਰਾਰ ਸੇ ਭਵਜਲ ਤਰ ਗਿਆ, ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ। ਬਸ ਹਰੀ ਹਰੀ ਬੋਲਣਾ, ਰਾਮ ਰਾਮ ਬੋਲਣਾ, ਵਾਹਿਗੁਰੂ ਵਾਹਿਗੁਰੂ ਬੋਲਣਾ, ਇਹ ਰੱਬ ਦੀ ਸੇਵਾ। ਤੇ ਜਿਹੜਾ ਇਹ ਕਰੂਗਾ ਮਹਾਰਾਜ ਕਹਿੰਦੇ ਸੋ ਤਰ ਗਿਆ, ਤਿੰਨ ਜਮ ਛੱਡ ਗਿਆ। ਤਿਸੇ ਦਰਗੇ ਪੈਂਦੇ ਜਾਣ ਜਿਨ੍ਹਾਂ ਹਰ ਜਪ ਲਿਆ। ਜਿਹੜੇ ਹਰੀ ਨੂੰ ਜਪਦੇ ਨੇ ਉਹਨਾਂ ਨੂੰ ਦਰਗਾਹ ਵਿੱਚ ਵੀ ਥਾਂ ਵਾ, ਕਿਉਂਕਿ ਹਰੀ ਦੀ ਸੇਵਾ ਵਾ। ਤੇ ਸੇਵਾ ਵਾਲਿਆਂ ਨੂੰ ਮਹਾਰਾਜ ਕਹਿੰਦੇ ਨਾ ਵੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬਾਂਹ ਲੁਢਾਈਏ। ਦੁਨੀਆ ਦੇ ਵਿੱਚ ਸੇਵਾ ਕਰਨੀ ਹੈ ਤੇ ਕਿੱਥੇ ਕਰਨੀ ਆ? ਗੁਰੂ ਦਰ ਕਰਨੀ ਆ, ਗੁਰੂ ਦੀ ਕਰਨੀ ਆ, ਸੰਗਤ ਦੀ ਕਰਨੀ ਹੈ ਸੇਵਾ, ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਹੋ ਸਕੇ ਤੇ ਦੁਨੀਆ ਦੇ ਵੀ ਕਰ ਲਓ, ਪਰ ਪਹਿਲ ਜਿਹੜੀ ਉਹ ਰੱਬ ਨੂੰ ਦਿਓ। ਦੂਜਾ ਦਰਜਾ ਗੁਰੂ ਦਾ ਹੈ, ਤੀਸਰਾ ਸੰਗਤ ਦਾ ਹੈ, ਚੌਥਾ ਸਾਧੂ ਮਹਾਤਮਾ ਤੇ ਗੁਰਸਿੱਖਾਂ ਦਾ ਸੇਵਾ ਕਰਨ ਦਾ, ਪੰਜਵੀਂ ਤੇ ਜਗ੍ਹਾ ਹੀ ਕੋਈ ਨਹੀਂ। ਹਾਂ, ਇਸ ਤੋਂ ਬਿਨਾਂ ਕੋਈ ਬਚ ਜਾਵੇ ਤੁਹਾਡੇ ਕੋਲ ਕੋਈ ਸਮਾਂ ਤੇ ਫਿਰ ਦੁਨੀਆ ਦੀ ਵੀ ਕਰ ਲਓ, ਅਵਲ ਤੇ ਲੋੜ ਕੋਈ ਨਹੀਂ ਹੈ। ਤੇ ਮਹਾਰਾਜ ਕਿਰਪਾ ਕਰ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ ਭਾਈ। ਇਹ ਵਿਸ਼ਾ ਬੜਾ ਗੰਭੀਰ ਆ ਤੇ ਲੋਕੀ ਬੋਲਦੇ ਨਹੀਂ ਹੈ। ਤੇ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਇੱਕ ਬਚਨ ਆਉਂਦਾ ਕਹਿ ਕੇ ਸਮਾਪਤੀ ਕਰੀਏ। ਕਿਰਪਾ ਸਿੰਧ ਸੇਵ ਸੱਚ ਪਾਈਏ, ਦੋਹੇ ਸੁਹੇਲੇ ਲੋਕ। ਜੇ ਰੱਬ ਦੀ ਸੇਵਾ ਕਰੋਗੇ ਇੱਥੇ ਵੀ ਸੁਖੀ ਰਹੋਗੇ। ਕਿਰਪਾ ਸਿੰਧ ਸੇਵ ਸੱਚ ਪਾਈਏ ਤੇ ਦੋਵੇਂ ਸੁਹੇਲੇ ਲੋਕ। ਆ ਵੀ ਤੇ ਉਹ ਵੀ ਸਭ ਕੁਛ ਸਫਲ ਹੋ ਜਾਂਦਾ ਹੈ। ਤੇ ਮਹਾਰਾਜ ਕਿਰਪਾ ਕਰਨ ਭਾਈ। ਜਿਹੜੇ ਕਹਿੰਦੇ ਨਾ ਸਾਡਾ ਚਿੱਤ ਨਹੀਂ ਨਾ ਟਿਕਦਾ, ਅਸੀਂ ਨਾਮ ਜਪਦੇ ਮਨ ਨਹੀਂ ਜੁੜਦਾ, ਉਹ ਇੱਕ ਗੱਲ ਨੁਕਤਾ ਗੁਰਬਾਣੀ ਨੇ ਦੱਸਿਆ ਵੀ ਚਿੱਤ ਕਿਵੇਂ ਜੁੜੂਗਾ, ਚਿੱਤ ਕਿਵੇਂ ਟਿਕੇਗਾ। ਤੇ ਮਹਾਰਾਜ ਕਹਿੰਦੇ ਪਤਾ ਤੇਰਾ ਚਿੱਤ ਕਿਉਂ ਨਹੀਂ ਟਿਕਦਾ, ਤੇਰਾ ਚਿੱਤ ਕਿਉਂ ਨਹੀਂ ਜੁੜਦਾ? ਤੇ ਉਹ ਮੈਂ ਜਿਹੜੀ ਪੋਸਟ ਪਾਈ ਸੀ ਉਹਦੇ 'ਚ ਗੱਲ ਲਿਖੀ ਸੀ ਕਿ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ। ਉਹ ਤੂੰ ਗੁਰੂ ਦੀ ਸੇਵਾ ਹੀ ਛੱਡ ਬੈਠਾ, ਤੇ ਜਿਹੜਾ ਸੇਵਾ ਛੱਡ ਬੈਠਦਾ ਉਹਦਾ ਮਨ ਇਕਾਗਰ ਨਹੀਂ ਹੁੰਦਾ। ਗੁਰ ਕੀ ਸੇਵਾ ਵਿਸਰੀ, ਜੇ ਵਿਸਾਰ ਦਿੱਤੀ ਗੁਰੂ ਦੀ ਸੇਵਾ ਤੇ ਕਿਉਂ ਮਨ ਰਹੇ ਹਜੂਰ, ਫਿਰ ਮਨ ਤੇਰੇ ਕਾਬੂ 'ਚ ਨਹੀਂ ਆਏਗਾ, ਤੇਰਾ ਮਨ ਨਹੀਂ ਟਿਕੇਗਾ। ਜੇ ਮਨ ਨੂੰ ਟਿਕਾਉਣਾ, ਤੇ ਮੈਂ ਤੇ ਮਹਾਂਪੁਰਖ ਦੱਸਦੇ ਹੁੰਦੇ, ਬਚਨ ਕਰਦੇ ਹੁੰਦੇ ਆ, ਇੱਕ ਦਿਨ ਤਜਰਬਾ ਕਰਕੇ ਵੇਖ ਲਓ, ਸਾਰੀ ਦਿਹਾੜੀ ਗੁਰੂ ਦੀ ਸੇਵਾ ਕਰੋ, ਲੋਕ ਸੇਵਾ ਛੱਡੋ, ਸੜਕਾਂ ਵਾਲੀ ਵੀ ਸੇਵਾ ਛੱਡੋ, ਗੁਰੂ ਦੁਆਰੇ ਸੇਵਾ ਕਰੋ, ਬਾਹਰ ਨਹੀਂ। ਮੈਂ ਫੇਰ ਕਹਿ ਦਿਆਂ, ਮੁਸਲਮਾਨ ਚੰਦਾ ਮਸੀਤ ਵਿੱਚ ਦਿੰਦਾ ਹੈ, ਈਸਾਈ ਚੰਦਾ ਗਿਰਜੇ ਦਿੰਦਾ, ਸਿੱਖ ਕਿਉਂ ਬਾਹਰ ਦਿੰਦਾ ਗੁਰਦੁਆਰੇ ਨੂੰ ਛੱਡ ਕੇ ਚੰਦੇ? ਸਿੱਖ ਕਿਉਂ ਇਸ ਤਰ੍ਹਾਂ ਕਰਦਾ ਹੈ? ਤੇ ਮੈਂ ਕਹਿੰਦਾ ਨਾ, ਇੱਕ ਦਿਨ ਤਜਰਬਾ ਕਰਕੇ ਵੇਖ ਲਓ, ਸਾਰੀ ਦਿਹਾੜੀ ਗੁਰੂ ਦੀ ਸੇਵਾ ਕਰੋ ਤੇ ਅੰਮ੍ਰਿਤ ਵੇਲੇ ਤੁਹਾਨੂੰ ਇਹਦਾ ਫਲ ਮਿਲ ਜਾਣਾ ਹੈ। ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ ਨਾ, ਮਹਾਂਪੁਰਖ ਦੱਸਦੇ ਹੁੰਦੇ ਸੀ ਕਿ ਜਦੋਂ ਸਾਰੀ ਦਿਹਾੜੀ ਸੇਵਾ ਕਰਾਂਗੇ ਤੇ ਸੇਵਾ ਕਰਦਿਆਂ ਕਰਦਿਆਂ ਗੁਰੂ ਗੁਰੂ ਵੀ ਜਪਿਆ ਜਾਂਦਾ ਹੈ। ਤੇ ਜਦੋਂ ਗੁਰੂ ਦੀ ਸੇਵਾ ਕਰਾਂਗੇ, ਗੁਰੂ ਗੁਰੂ ਜਪਾਂਗੇ ਦਿਨੇ, ਤੇ ਜਦੋਂ ਅੰਮ੍ਰਿਤ ਵੇਲਾ ਹੋਊਗਾ ਨਾ, ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਗੁਰੂ ਗੁਰੂ ਜਪਣਾ ਸ਼ੁਰੂ ਕਰਾਂਗੇ ਨਾ, ਤੇ ਉਹ ਦਿਨੇ ਕੀਤੀ ਗੁਰੂ ਦੀ ਸੇਵਾ ਦਾ ਫਲ ਸਾਡੀ ਝੋਲੀ 'ਚ ਪੈ ਜਾਣਾ। ਉਦੋਂ ਗੁਰੂ ਨੇ ਸਾਡੀ ਬਾਂਹ ਫੜ ਲੈਣੀ ਆ ਅੰਮ੍ਰਿਤ ਵੇਲੇ। ਕਿਉਂ?
ਕਿ ਜਿਹੜਾ ਜਿਹੜਾ ਦਿਨ ਗੁਰੂ ਵਾਸਤੇ ਲਾ ਦਿੱਤਾ ਤੇ ਹੁਣ ਅੰਮ੍ਰਿਤ ਵੇਲੇ ਗੁਰੂ ਨੇ ਸਹਾਈ ਹੋਣਾ ਹੈ। ਤੇ ਜੇ ਦਿਹਾੜੀ ਅਵਾਰਾ ਫਿਰਦਿਆਂ ਬਤੀਤ ਕਰ ਦਿੱਤੀ ਤੇ ਅੰਮ੍ਰਿਤ ਵੇਲੇ ਗੁਰੂ ਨੇ ਵੀ ਬਾਂਹ ਨਹੀਂ ਫੜਨੀ। ਅੰਮ੍ਰਿਤ ਵੇਲੇ ਗੁਰੂ ਉਹਨਾਂ ਦੀ ਬਾਂਹ ਫੜਦਾ ਹੈ ਜਿਹੜੇ ਗੁਰੂ ਦਿਨੇ ਗੁਰੂ ਦੀ ਸੇਵਾ ਕਰਦੇ ਨੇ, ਜਿਹੜੇ ਸਵੇਰੇ ਸ਼ਾਮੀ ਗੁਰਦੁਆਰੇ ਬੈਠ ਕੇ ਜਿਹੜਾ ਸੇਵਾ ਕਰਦੇ ਆ ਨਾ, ਉਹਨਾਂ ਦਾ ਚਿੱਤ ਇਕਾਗਰ ਹੁੰਦਾ, ਦੂਜਿਆਂ ਦਾ ਨਹੀਂ ਹੋ ਸਕਦਾ। ਮਾਰੀ ਜਾਣ ਟੱਕਰਾਂ। ਮਹਾਰਾਜ ਕਹਿੰਦੇ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਦੂਰ। ਤੇਰਾ ਸਿੱਖਾ ਕਦੀ ਵੀ ਮਨ ਨਹੀਂ ਜੁੜਨਾ ਬਾਣੀ ਨਾਲ, ਤੇਰਾ ਕਦੀ ਵੀ ਚਿੱਤ ਇਕਾਗਰ ਨਹੀਂ ਹੋਣਾ। ਕਿਉਂ? ਤੂੰ ਗੁਰੂ ਦੀ ਸੇਵਾ ਨਹੀਂ ਕਰਦਾ, ਤੇ ਗੁਰੂ ਦੀ ਸੇਵਾ ਤੋਂ ਬਿਨਾਂ ਚਿੱਤ ਇਕਾਗਰ ਨਹੀਂ ਹੋਣਾ। ਤਾਈਓ ਤੇ ਭਗਤ ਰਵਿਦਾਸ ਨੇ ਇੱਕ ਰੱਬ ਅੱਗੇ ਨਾ ਹੱਥ ਜੋੜ ਕੇ ਤੇ ਇੱਕ ਚੀਜ਼ ਮੰਗੀ ਹੈ ਭਗਤ ਰਵਿਦਾਸ ਜੀ ਨੇ। ਉਹ ਕਹਿੰਦੇ ਨੇ ਸੰਤ ਚ ਔ ਲੱਗਣੀ, ਐ ਪਰਮੇਸ਼ਰ ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਮੈਨੂੰ ਸੰਤਾਂ ਦੀ ਸੇਵਾ ਦੇ। ਤੇ ਸੰਤਾਂ ਦੀ ਸੇਵਾ ਵਿੱਚ ਮਹਾਰਾਜ ਕਹਿੰਦੇ ਗੁਰ ਸੇਵਾ ਕੀ ਨਾ ਲੱਭਤੇ। ਕੋਈ ਸੰਤ ਦੀ ਸੇਵਾ ਕਰੇ, ਕੋਈ ਗੁਰੂ ਦੀ ਸੇਵਾ ਕਰੇ ਤੇ ਕੀ ਨਹੀਂ ਮਿਲਦਾ? ਸਭ ਕੁਝ ਮਿਲਦਾ। ਵੱਡੀ ਗੱਲ ਹੈ ਕਿ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਸ ਜੱਗ ਮੇਂ ਨਾਮ ਅਲੱਭ ਹੈ। ਧੀਆਂ ਪੁੱਤ ਲੱਭ ਜਾਣਗੇ, ਦੌਲਤਾਂ ਲੱਭ ਜਾਣਗੀਆਂ, ਸਹੂਲਤਾਂ ਲੱਭ ਜਾਣਗੀਆਂ, ਮਾਨ ਪ੍ਰਸਤਿਤਾ ਬੜਾ ਕੁਝ ਮਿਲ ਜੂ ਧਰਤੀ ਤੋਂ। ਜੇ ਮਿਲਣਾ ਨਹੀਂ ਤੇ ਉਹ ਰੱਬ ਦਾ ਨਾਮ ਨਹੀਂ ਮਿਲਣਾ। ਉਹ ਕਿੱਥੋਂ ਮਿਲਣਾ ਹੈ? ਉਹ ਗੁਰੂ ਕੀ ਸੇ ਇਸ ਜੱਗ ਮੇਂ ਨਾਮ ਅਲੱਭ ਹੈ, ਗੁਰਮੁਖ ਮਸੇ ਮਨ ਆਏ। ਇਹ ਗੁਰੂ ਅਮਰਦਾਸ ਦਾ ਤਜਰਬਾ ਹੈ। ਕਿਸ ਨੇ ਆਖਿਆ ਤੁਸੀਂ ਕਿਉਂ ਗਾਗਰਾਂ ਢੋਂਦੇ ਹੋ? ਬੁੱਢੇ ਵਾਰੇ ਵੀ ਬੁੱਢਾ ਵਾਰਾ ਕੋਈ ਬੁੱਢੇ ਵਾਰੇ ਕੋਈ ਗਾਗਰਾਂ ਢੋਣ ਦਾ ਸਮਾਂ ਥੋੜ੍ਹਾ ਹੁੰਦਾ ਹੈ। ਇਹ ਤੇ ਸੁੱਖ ਆਰਾਮ ਦੇ ਨਾਲ ਜ਼ਿੰਦਗੀ ਬੈਠ ਕੇ ਬਤੀਤ ਕਰੋ। ਗੁਰੂ ਅਮਰਦਾਸ ਕਹਿਣ ਲੱਗੇ ਨਾ, ਇਹ ਜੋ ਗਾਗਰਾਂ ਵਿੱਚੋਂ ਗਾਗਰਾਂ ਢੋਣ ਵਿੱਚੋਂ ਮਿਲਣਾ ਹੈ ਨਾ, ਉਹ ਧਰਤੀ ਉੱਤੇ ਹੈ ਨਹੀਂ ਹੈ। ਉਹ ਮੈਂ ਅੱਗੇ ਵੀ ਕਹਿ ਦਿਆਂ, ਕੋਈ ਬਾਬਾ ਕਥਾ ਕਰਨ ਦਿਆ ਸੀ, ਇਹ ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ। ਉਹ ਵਰਿਆਮ ਸਿੰਘ ਚੰਡੀਗੜ੍ਹ ਵਾਲਾ, ਇਹ ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ ਤੇ ਮੈਂ ਤੂੰ ਤੇ ਆਪਣੀ ਕਦੀ ਕੌਲੀ ਨਹੀਂ ਚੁੱਕੀ ਆਪਣੇ ਅੱਗਿਓਂ, ਤੇ ਤੈਨੂੰ ਗਾਗਰਾਂ ਨਾਲ ਕੀ ਲੱਗੇ? ਢੋਈ ਹੋਊਗੀ ਕਿਸੇ ਨੇ, ਤੂੰ ਕਾਹਦੀ ਵਿਆਖਿਆ ਕਰਨੇ ਆ ਗਾਗਰਾਂ ਢੋਈਆਂ? ਤੂੰ ਤੇ ਕਦੀ ਆਪਣੀ ਕੌਲੀ ਨਹੀਂ ਚੁੱਕੀ ਆਪਣੇ ਅੱਗਿਓਂ, ਤੇ ਗਾਗਰਾਂ ਕੋਈ ਢੋ ਗਿਆ ਤੇ ਤੈਨੂੰ ਗਾਗਰਾਂ ਨਾਲ ਕੀ ਲੱਗੇ? ਨਹੀਂ 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 ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਆ ਤੂੰ ਸਿੱਖਾ ਗੁਰੂ ਦੀ ਸੇਵਾ ਕਰ, ਸੰਗਤ ਨੂੰ ਛੱਡ ਕੇ ਬਾਹਰ ਨਹੀਂ ਸੇਵਾ ਕਰਨੀ, ਗੁਰਦੁਆਰੇ ਨੂੰ ਛੱਡ ਕੇ ਸੜਕਾਂ ਤੇ ਸੇਵਾ ਨਹੀਂ ਕਿਸੇ ਦੀ ਵੀ ਕਰਨੀ ਨਾ। ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ, ਤੱਪੜ ਝਾੜ ਵਿਛਾਏ। ਭਾਈ ਗੁਰਦਾਸ ਨੇ ਲਿਖਿਆ ਵੀ ਸੇਵਾ ਕਿਸ ਜਗ੍ਹਾ ਤੇ ਕਰਨੀ ਆ। ਤੱਪੜ ਝਾੜ ਵਿਛਾਏ ਤੂੜੀ ਨਾਇਆ, ਕੋਰੇ ਮਟ ਅਣਾਏ ਨੀਰ ਪਵਾਇਆ। ਧਰਮਸ਼ਾਲਾ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ, ਤੇ ਗੁਰੂ ਕੀ ਸੇਵਾ ਕਰੋ ਤੇ ਸਭ ਕੁਝ ਮਿਲੂਗਾ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਪਰ ਨਾਲ ਗੱਲ ਇਹ ਵੀ ਕਹੀ ਸੀ ਮਹਾਰਾਜ ਨੇ ਕਿ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਤੇ ਇਹ ਰੱਬ ਦੀ ਸੇਵਾ ਸਾਰਿਆਂ ਨੂੰ ਨਹੀਂ ਮਿਲਦੀ, ਇਹ ਵੀ ਭਾਗਾਂ 'ਚ ਲਿਖੀ ਹੋਵੇ ਤਾਂ ਹੀ ਮਿਲਦੀ ਆ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਪੰਥ ਦੀ ਸੇਵਾ, ਗ੍ਰੰਥ ਸਾਹਿਬ ਦੀ ਸੇਵਾ, ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਇਹਦੋਂ ਉੱਪਰ ਕੋਈ ਸਾਡੇ ਕੋਲ ਸੇਵਾ ਨਹੀਂ ਹੈ ਤੇ ਨਾ ਅਸੀਂ ਕਰਨੀ ਆ। ਸਾਨੂੰ ਗੁਰੂ ਕੀ ਸੇਵਾ 'ਚੋਂ ਸਭ ਕੁਝ ਮਿਲ ਜਾਣਾ। ਜਦੋਂ ਗੁਰੂ ਕੀ ਸੇਵਾ ਵਿੱਚੋਂ ਸਭ ਕੁਝ ਮਿਲਦਾ ਹੈ, ਨਾਨਕ ਗੁਰ ਸੇਵਾ ਕੀ ਨਾ ਲੱਭਿਆ, ਤੇ ਫਿਰ ਅਸੀਂ ਕਿਉਂ ਜਾ ਕੇ ਬਾਹਰ ਸੇਵਾ ਕਰੀਏ? ਜਦ ਸਾਡੇ ਗੁਰੂ ਕੋ ਸਭ ਕੁਝ ਵਾ ਤੇ ਗੁਰੂ ਦੀ ਸੇਵਾ ਕਰਾਂਗੇ ਤੇ ਗੁਰੂ ਨੇ ਸਭ ਕੁਝ ਦੇਣਾ। ਜਦ ਗੁਰੂ ਕੀ ਸੇਵਾ ਵਿੱਚ ਸਭ ਕੁਝ ਵਾ, ਫਿਰ ਗੁਰੂ ਨੂੰ ਛੱਡ ਕੇ ਅਸੀਂ ਲੋਕਾਂ ਦੀ ਸੇਵਾ ਕਿਉਂ ਕਰੀਏ ਭਾਈ? ਕੀ ਲੋੜ ਪੈ ਗਈ ਸਾਨੂੰ? ਨਹੀਂ ਨਹੀਂ, ਗੁਰਦੁਆਰੇ ਨਾਲ ਜੁੜੋ, ਗੁਰਦੁਆਰੇ ਬੈਠਿਆ ਕਰੋ ਸਵੇਰੇ ਸ਼ਾਮੀ, ਰੱਬ ਰੱਬ ਜਪੋ। ਇਦੋਂ ਉੱਤਮ ਕੋਈ ਸੇਵਾ ਨਹੀਂ ਹੈ।
ਸਰਵਣੀ ਕਥਾ ਸੁਣੀਜੇ ਮਇਆ ਕਰੋ ਭਗਵਾਨ। ਇਹਦੇ ਉੱਪਰ ਕੋਈ ਨਹੀਂ ਵੱਡਾ ਕੰਮ ਗੁਰਦੁਆਰੇ ਬੈਠ ਕੇ ਕਥਾ ਕੀਰਤਨ ਕਰਨਾ। ਮੈਂ ਅੱਗੇ ਵੀ ਕਹਿ ਰਿਹਾ ਸੀ, ਕੱਲ੍ਹ ਹੀ ਮੈਂ ਕਿਸੇ ਨੂੰ ਕਹਿ ਰਿਹਾ ਸੀ, ਉਹ ਗੁਰਦੁਆਰੇ ਟਾਈਲਾਂ 'ਤੇ ਲਾ ਲੀਆਂ, ਸੋਹਣਾ ਬਣਾ ਲਿਆ ਗੁਰਦੁਆਰਾ ਟਾਈਲਾਂ ਲਾ ਕੇ, ਟਾਇਲ ਤਾਂ ਲੱਗ ਗਈ ਗੁਰਦੁਆਰੇ, ਅਤੇ ਆਸਾ ਦੀ ਵਾਰ ਕਿੰਨੇ ਲਾਉਣੀ ਆ? ਟਾਇਲ ਤਾਂ ਲਾ ਲਈ, ਸੋਹਣਾ ਬਣਾ ਲਿਆ ਗੁਰਦੁਆਰਾ, ਅਤੇ ਮਰਜ਼ਾਦਾ ਸੀ ਸਾਡੀ ਪੁਰਾਤਨ ਵੀ ਆਸਾ ਦੀ ਵਾਰ ਗੁਰਦੁਆਰੇ ਬੈਠ ਕੇ ਲਾਉਣੀ ਆ। ਉਹ ਕੌਣ ਉਹ ਤਾਂ ਲਾਉਂਦਾ ਹੀ ਹੁਣ ਕੋਈ। ਵੱਡੀਆਂ ਵੱਡੀਆਂ ਗੋਲਕਾਂ ਗੁਰਦੁਆਰੇ 'ਚ ਰੱਖ ਦਿੱਤੀਆਂ, ਅਤੇ ਰਬਾਬ ਕਿੱਥੇ ਗਈ ਸਾਡੀ? ਗੁਰਦੁਆਰਾ ਕੋਈ ਪੈਸਾ ਕਮਾਉਣ ਦਾ ਤਰੀਕਾ ਨਹੀਂ ਹੈ। ਅਤੇ ਜੇ ਏਡੀ ਵੱਡੀ ਗੋਲਕਾ ਗੁਰਦੁਆਰੇ ਪਈ, ਅਤੇ ਗੁਰਦੁਆਰੇ ਦੀ ਰਬਾਬ ਕਿੱਥੇ ਆ? ਸਿੱਖਾਂ ਤੇਰੀ ਰਬਾਬ ਕਿੱਥੇ ਆ? ਜਿਸ ਰਬਾਬ ਨੂੰ ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਹੋਵੇ, ਤੇ ਸਿੱਖਾਂ ਤੇਰੀ ਰਬਾਬ ਕਿੱਥੇ ਆ? ਕਿਉਂ ਤੂੰ ਪਾਗਲ ਹੋਇਆ ਫਿਰਦਾ ਲੋਕਾਂ ਦੀ ਸੇਵਾ 'ਚ? ਤੇਰੇ ਮੋਢੇ ਤੇ ਰਬਾਬ ਚਾਹੀਦੀ ਆ। ਆਸਾ ਅੰਮ੍ਰਿਤ ਵੇਲੇ ਤੇਰੀ ਆਸਾ ਦੀ ਵਾਰ ਚਾਹੀਦੀ ਆ ਗੁਰੂ ਨੂੰ। ਅਸ ਰਾਜੇ ਕੀ ਟੁੰਡੇ ਕੀ ਧੁਨੀ, ਉਹ ਕਿੱਥੇ ਆ ਧੁਨੀ? ਆਸਾ ਦੀ ਵਾਰ ਦੀ ਧੁਨੀ ਦਾ ਪਤਾ ਕਿਸੇ ਨੂੰ ਕਿਹੜੀ ਧੁਨੀ ਹੁੰਦੀ ਆ? ਏਡੇ ਏਡੇ ਚੁੱਲ੍ਹੇ ਪੁੱਠਲੇ ਗੁਰਦੁਆਰਿਆਂ ਦੇ ਵਿੱਚ ਹਾਰਮੋਨੀਆ ਕਿੱਥੇ ਆ ਗੁਰਦੁਆਰਿਆਂ ਦਾ? ਤਬਲਾ ਕਿੱਥੇ ਆ ਗੁਰਦੁਆਰੇ ਦਾ? ਇਹ ਲੋਹਾਂ ਕਿੱਥੋਂ ਆ ਗਈਆਂ ਗੁਰਦੁਆਰਿਆਂ 'ਚ? ਇਹ ਚੁੱਲ੍ਹੇ ਕਿੱਥੋਂ ਆ ਗਏ ਗੁਰਦੁਆਰਿਆਂ 'ਚ? ਅਤੇ ਜੋ ਹੋਣਾ ਚਾਹੀਦਾ ਸੀ, ਟਾਈਲਾਂ ਦੀ ਥਾਂ 'ਤੇ ਨਾ ਵੀ ਲਾਉਣੋਂ ਸਿੱਖਾਂ ਟਾਈਲਾਂ ਸਰ ਜਾਣਾ ਸੀ। ਤੂੰ ਆਸਾ ਦੀ ਵਾਰ ਲਾ, ਟਾਈਲਾਂ ਛੱਡ ਦੇ ਗੁਰਦੁਆਰੇ ਲਾਉਣੀਆਂ। ਚਲੋ ਲਾ ਲੀਆਂ ਤਾਂ ਚੰਗੀ ਗੱਲ ਆ, ਮਾੜੀ ਨਹੀਂ ਹੈ, ਗੁਰੂ ਦਾ ਸਥਾਨ ਸੋਹਣਾ ਹੋਣਾ ਚਾਹੀਦਾ, ਪਰ ਟਾਈਲਾਂ ਤਾਂ ਲੱਗ ਗਈਆਂ, ਅਤੇ ਆਸਾ ਦੀ ਵਾਰ ਕਿਹਨੇ ਲਾਉਣੀ ਹੈ? ਗੋਲਕ ਤਾਂ ਰੱਖ ਲਈ, ਅਤੇ ਉਹਦਾ ਪ੍ਰਧਾਨ ਵੀ ਬਣ ਗਿਆ, ਖਜ਼ਾਨਚੀ ਵੀ ਬਣ ਗਿਆ ਗੋਲਕ ਦਾ, ਅਤੇ ਰਬਾਬ ਕਿੱਥੇ ਹੈ ਤੁਹਾਡੀ? ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰਬਾਬ ਪਈ ਹੋਣੀ ਚਾਹੀਦੀ ਹੈ, ਅਤੇ ਤੁਹਾਡੀ ਗੋਲਕ ਪਈ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਕੀ ਤੁਹਾਂ ਧਰਮ ਕਮਾਉਣਾ? ਗੋਲਕਾਂ ਨਾਲ ਵੀ ਧਰਮ ਕਮਾਏ ਜਾਂਦੇ ਨੇ। ਗੋਲਕ ਕੋਈ ਧਰਮ ਕਮਾਉਣ ਦਾ ਤਰੀਕਾ ਹੈ? ਧਰਮ ਕਮਾਉਣਾ ਤੇ ਆਸਾ ਦੀ ਵਾਰ ਲਾਓ ਗੁਰਦੁਆਰੇ ਬੈਠ ਕੇ। ਜੇ ਧਰਮ ਕਮਾਉਣਾ ਤੇ ਗੋਲਕ ਦੇ ਥਾਂ ਤੇ ਰਬਾਬ ਰੱਖੋ। ਹਰ ਗੁਰਦੁਆਰੇ 'ਚ ਰਬਾਬ ਚਾਹੀਦੀ ਆ। ਇਹ ਸਾਡੀ ਕੌਮ ਦਾ ਪੈਸਾ ਖਾਲਸਾ ਏਡ ਵਾਲੇ ਬਰਬਾਦ ਕਰਨ ਦੇ ਨੇ। ਉਹਨਾਂ ਨੂੰ ਆਪਣਾ ਇਹ ਕੰਮ ਕਰਨਾ ਚਾਹੀਦਾ। ਹਰ ਗੁਰਦੁਆਰੇ 'ਚ ਹਾਰਮੋਨੀਆ ਰੱਖਣ, ਰਬਾਬ ਰੱਖਣ, ਔਰ ਬੰਦੇ ਰੱਖਣ ਗੁਰਦੁਆਰਿਆਂ ਵਿੱਚ ਲੋਕਾਂ ਨੂੰ ਕੀਰਤਨ ਸਿਖਾਉਣ ਵਾਸਤੇ। ਅਸੀਂ ਕਿਉਂ ਸੀਰੀਆ ਜਾ ਕੇ ਸੇਵਾ ਕਰੀਏ? ਸਾਡੀ ਕਿਹੜੀ ਵੇਲਣੇ 'ਚ ਬਾਂਹ ਆਈ ਅਸੀਂ ਸੀਰੀਆ ਜਾਈਏ? ਕਿਉਂ ਜਾਈਏ ਅਸੀਂ ਸੀਰੀਆ ਸੇਵਾ ਕਰਨ? ਸਾਨੂੰ ਕੀ ਲੋੜ ਪੈ ਗਈ ਸੇਵਾ ਕਰਨ ਦੀ? ਅਸੀਂ ਗੁਰਦੁਆਰਾ ਛੱਡ ਕੇ ਸੀਰੀਆ ਜਾ ਕੇ ਸੇਵਾ ਕਰੀਏ? ਕਿਉਂ ਕਰੀਏ? ਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਹੈ ਕਿ ਸੇਵ ਕਰੀ ਇਨਹੀ ਕੀ ਭਾਵਤ। ਸਿੱਖਾ ਤੂੰ ਕੇਵਲ ਸੇਵਾ ਸਿੱਖ ਦੀ ਕਰਨੀ ਹੈ। ਸਿੱਖ ਨੇ ਸਿੱਖ ਦੀ ਸੇਵਾ ਰੁਚ ਨਾਲ ਕਰਨੀ, ਕਲਗੀਧਰ ਦਾ ਬਚਨ ਹੈ। ਤੇ ਅਸੀਂ ਗੁਰਦੁਆਰਿਆਂ ਨੂੰ ਛੱਡ ਕੇ ਅਸੀਂ ਸੜਕਾਂ 'ਤੇ ਕੋਈ ਸੇਵਾ ਕਰੀਏ? ਭਾਈ ਸਾਨੂੰ ਕੀ ਲੋੜ ਪੈ ਗਈ ਸੇਵਾ ਕਰਨ ਦੀ? ਕਿਉਂ ਕਰੀਏ? ਨਹੀਂ 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 ਨਹੀਂ, ਇੱਥੇ ਆਸਾ ਦੀ ਵਾਰ ਲਾਓ ਗੁਰਦੁਆਰੇ। ਟਾਈਲਾਂ ਲਾਉਣ ਦੀ ਥਾਂ ਤੇ ਆਸਾ ਦੀ ਵਾਰ ਲਾਓ। ਇੱਥੇ ਵੱਡੀ ਗੋਲਕ ਰੱਖਣ ਦੀ ਬਜਾਏ ਇੱਥੇ ਰਬਾਬ ਰੱਖੋ ਬਾਬੇ ਨਾਨਕ ਦੀ। ਗੁਰੂ ਗ੍ਰੰਥ ਸਾਹਿਬ 'ਚ ਰਾਗ ਨੇ, ਤੇ ਸਿੱਖਾ ਤੈਨੂੰ ਰਾਗ ਨਹੀਂ ਪੜ੍ਹਨਾ ਆਉਂਦਾ? ਤੂੰ ਕਿਸ ਕਿਸਮ ਦਾ ਸਿੱਖ ਵਾ ਜੇ ਤੈਨੂੰ ਰਾਗ ਦਾ ਹੀ ਨਹੀਂ ਪਤਾ, ਤੈਨੂੰ ਰਬਾਬ ਦਾ ਹੀ ਨਹੀਂ ਪਤਾ? ਤੇ ਤੂੰ ਕਿਹੜੀ ਸੇਵਾ ਕਰਦਾ ਫਿਰਦਾ ਲੋਕਾਂ ਦੀ? ਕਿਹੜੇ ਗੁਰੂ ਨੇ ਤੈਨੂੰ ਕਿਹਾ ਸੇਵਾ ਕਰਨ ਵਾਸਤੇ? ਕਿਉਂ ਆਪਣਾ ਧਨ ਬਰਬਾਦ ਕਰਦੇ ਹੋ ਸਿੱਖ ਕੌਮ ਦਾ? ਕਿਉਂ ਆਪਣਾ ਸਮਾਂ ਖਰਾਬ ਕਰਦੇ ਹੋ ਤੁਸੀਂ ਸੜਕਾਂ ਉੱਤੇ? ਗੁਰਦੁਆਰੇ ਨੂੰ ਨਾ ਛੱਡੋ। ਗੁਰਦੁਆਰੇ ਤੋਂ ਬਾਹਰ ਕੋਈ ਸੇਵਾ ਨਹੀਂ ਹੈ। ਇੱਥੇ ਬਹਿ ਕੇ ਕਰੋ, ਗੁਰੂ ਦੀ ਸੇਵਾ ਕਰੋ, ਗੁਰ ਕੀ ਸੇਵਾ ਕਰੋ। ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ। ਤੇ ਮਹਾਰਾਜ ਕਿਰਪਾ ਕਰਨ। ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਸੀ ਜਿਹੜਾ ਅਸੀਂ ਅੱਜ ਕਹਿ ਰਹੇ ਸੀ ਕਿ ਸਿੱਖ ਨੇ ਸਿੱਖ ਦੀ ਸੇਵਾ ਰੁਚ ਨਾਲ ਕਰਨੀ ਹੈ। ਤੇ ਦਾਨ ਦੇ ਸਤਿਗੁਰ ਕੇ ਰੂੜਾ, ਇਹ ਵੀ ਕਲਗੀਧਰ ਦਾ ਬਚਨ ਹੈ। 52 ਬਚਨਾਂ 'ਚੋਂ ਦਾਨ ਦੇਣਾ ਹੈ, ਧਰਮਸ਼ਾਲਾ 'ਚ ਦਿਓ। ਸੇਵਾ ਕਰਨੀ ਹੈ, ਧਰਮਸ਼ਾਲਾ 'ਚ ਦਿਓ। ਅਸੀਂ ਆ ਥੋੜ੍ਹੇ ਦਿਨ ਹੋਏ ਆ
ਯਾਤਰਾ ਤੇ ਜਾ ਕੇ ਸਾਨੂੰ ਇੱਕ ਗੁਰਦੁਆਰਾ ਮਿਲਿਆ ਸਹੀ ਪੰਜਾਬ ਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਿੰਡ ਵਾ ਮੋਗੇ ਲਾਗੇ, ਜਗਰਾਵਾਂ ਲਾਗੇ, ਲੰਮੇ ਜੱਟਪੁਰਾ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ 21 ਦਿਨ ਰਹੇ ਨੇ। ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਵਾ। 2 ਗੁਰਦੁਆਰੇ ਨੇ, ਇੱਕ ਪਿੰਡ ਤੋਂ ਬਾਹਰ ਵਾਰ, ਇੱਕ ਪਿੰਡ ਦੇ ਅੰਦਰ ਵਾਰ। ਉਸ ਪਿੰਡ ਦੀ ਮਰਜ਼ਾਦਾ ਵਾ ਵੀ ਗੁਰਦੁਆਰੇ ਜਿਹੜੀ ਗੋਲਕ ਰੱਖੀ ਆ, ਕੋਈ ਗ੍ਰੰਥੀ ਨਹੀਂ ਰੱਖਿਆ, ਉਹ ਆਪ ਹੀ ਸੇਵਾ ਕਰਦੇ ਨੇ। ਤੇ ਉਹ ਗੋਲਕ ਦਾ ਪੈਸਾ ਜਿਹੜਾ ਗਰੀਬ ਜਿਹੜਾ ਕੋਈ ਪਾਠ ਨਹੀਂ ਨਾ ਕਰਾ ਸਕਦਾ, ਉਹ ਗੋਲਕ ਵਿੱਚੋਂ ਪੈਸਾ ਕੱਢ ਕੇ ਤੇ ਪਾਠ ਕਰਦੇ ਨੇ। ਜਿਹੜਾ ਨਹੀਂ ਰੁਮਾਲਾ ਦੇ ਸਕਦਾ, ਉਹ ਗੋਲਕ ਵਿੱਚੋਂ ਪੈਸਾ ਕੱਢ ਕੇ ਉਹ ਰੁਮਾਲਾ ਦਿੰਦੇ ਨੇ ਗਰੀਬ ਨੂੰ। ਤੇ ਜਿਹੜਾ ਗਰੀਬ ਆਪਣੀ ਧੀ ਦੀ ਸ਼ਾਦੀ ਨਹੀਂ ਕਰ ਸਕਦਾ, ਉਹ ਗੁਰਦੁਆਰੇ ਆ ਜੇ। ਇੱਥੇ ਖੰਡ ਪਾਠ ਵੀ ਫ੍ਰੀ ਕੀਤਾ ਜਾਊਗਾ ਉਸ ਗੁਰਦੁਆਰੇ, ਤੇ ਉੱਥੇ ਲੰਗਰ ਵੀ ਫ੍ਰੀ ਸੰਗਤ ਨੂੰ ਛਕਾਇਆ। ਜਿਹੜੀ ਉਹਨਾਂ ਦੀ ਜੰਝ ਆਊਗੀ, ਉਹ ਜੰਝ ਨੂੰ ਲੰਗਰ ਵੀ ਫ੍ਰੀ ਛਕਾਇਆ ਜਾਇਆ। ਇਹ ਸੀ ਕੰਮ ਗੁਰਦੁਆਰਿਆਂ ਦਾ। ਇਹ ਗੋਲਕ ਸੀ ਗਰੀਬ ਗੁਰਬੇ ਦੀ, ਕੋਈ ਇੱਥੋਂ ਸਹਾਇਤਾ ਹੋ ਸਕੇ, ਕੋਈ ਗਰੀਬ ਗੁਰਬੇ ਦੀ ਬਾਂਹ ਫੜੀ ਜਾਵੇ। ਤੇ ਅਸੀਂ ਕੀ ਕਰਦੇ ਗੁਰਦੁਆਰੇ, ਇੱਥੋਂ ਇੱਟਾਂ ਪੁੱਟ ਲੀਆਂ, ਉੱਥੇ ਲਾ ਲੀਆਂ, ਉੱਥੇ ਮੁੜ ਕੇ ਟਾਈਲਾਂ ਲਾ ਲੀਆਂ, ਟਾਈਲਾਂ ਪੁੱਟ ਕੇ ਮੁੜ ਕੇ ਉੱਤੇ ਪਲਾਸਕਟ ਜੀ ਲਾ ਲਈ, ਪਲਾਸਕਟ ਪੁੱਟ ਕੇ ਉੱਥੇ ਅਸੀਂ ਹੋਰ ਕੁਛ ਲਾ ਲਿਆ। ਅਸੀਂ ਤੇ ਇੱਟਾਂ ਹੀ ਪੁੱਟੀ ਜਾਂਦੇ, ਇੱਟਾਂ ਹੀ ਲਾਈ ਜਾਂਦੇ ਗੁਰਦੁਆਰਿਆਂ 'ਚ। ਉਹ ਨਾ ਨਹੀਂ ਭਈ ਗੁਰਦੁਆਰੇ ਦਾ ਕੋਈ ਮਨੋਰਥ ਹੁੰਦਾ ਹੈ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਪੇਟ ਹਰ ਜਸ ਮੁਖ ਪਣੀਏ। ਤੇ ਮਹਾਰਾਜ ਕਿਰਪਾ ਕਰਨ, ਪੰਥ ਤੇ ਗ੍ਰੰਥ ਦੀ ਸੇਵਾ, ਹੋਰ ਸਾਡੀ ਪੰਥ ਵਿੱਚ ਕੋਈ ਸੇਵਾ ਨਹੀਂ ਭਾਈ। ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।